ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 2 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਸੀਹ ਯਸੂ। ਸੁਨਹਿਰੀ ਮਤਨ ਮੁਕਾਸ਼ਫਾ। ਇਹਨਾਂ ਗੱਲਾਂ ਤੋਂ ਬਾਅਦ ਜਿਵੇਂ ਮੈਂ ਅਸਮਾਨ ਤੋਂ ਇੱਕ ਵੱਡੀ ਜਮਾਤ ਨੂੰ ਉੱਚੀ ਆਵਾਜ਼ ਵਿੱਚ ਇਹ ਆਖਦਿਆਂ ਸੁਣਿਆ ਭਈ ਹਾਲੇਲੂਇਆ, ਮੁਕਤੀ ਤੇ ਜਲਾਲ ਤੇ ਕੁਦਰਤ ਸਾਡੇ ਰੱਬ ਦੀ ਹੀ ਏ। ਜਵਾਬੀ ਪੜ੍ਹਾਈ। ਮੁਕਾਸ਼ਫਾ। ਫੇਰ ਮੈਂ ਅਸਮਾਨ ਨੂੰ ਖੁੱਲਿਆ ਹੋਇਆ ਵੇਖਿਆ ਤੇ ਕੀ ਵੇਖਦਾ ਵਾਂ ਭਈ ਇੱਕ ਚਿੱਟਾ ਘੋੜਾ ਏ ਤੇ ਉਹਦੇ ਉੱਤੇ ਕੋਈ ਬੈਠਾ ਏ, ਜਿਹੜਾ ਸੱਚਾ ਤੇ ਬਰਹਕ ਅਖਵਾਉਂਦਾ ਏ ਤੇ ਉਹ ਰਾਸਤੀ ਨਾਲ ਇਨਸਾਫ ਤੇ ਲੜਾਈ ਕਰਦਾ ਏ। ਤੇ ਉਹਦੀਆਂ ਅੱਖੀਆਂ ਅੱਗ ਦੇ ਸ਼ੋਲੇ ਨੇ ਤੇ ਉਹਦੇ ਸਿਰ ਉੱਤੇ ਬਹੁਤ ਸਾਰੇ ਤਾਜ ਨੇ ਤੇ ਉਹਦਾ ਇੱਕ ਨਾਂ ਲਿਖਿਆ ਹੋਇਆ ਏ ਜਿਹਨੂੰ ਉਹਦੇ ਸਿਵਾ ਹੋਰ ਕੋਈ ਨਹੀਂ ਜਾਣਦਾ। ਤੇ ਉਹਨੇ ਲਹੂ ਦੇ ਛਿੜਕੇ ਹੋਏ ਕੱਪੜੇ ਪਾਏ ਤੇ ਉਹਦਾ ਨਾਂ ਰੱਬ ਦਾ ਕਲਾਮ ਅਖਵਾਉਂਦਾ ਏ। ਤੇ ਅਸਮਾਨ ਦੀਆਂ ਫੌਜਾਂ ਚਿੱਟੇ ਘੋੜਿਆਂ ਉੱਤੇ ਬੈਠ ਕੇ ਤੇ ਚਿੱਟੇ ਸਾਫ਼ ਮਹੀਨ ਕਤਾਨੀ ਕੱਪੜੇ ਪਾ ਕੇ ਉਹਦੇ ਮਗਰ ਨੇ। ਤੇ ਕੌਮਾਂ ਨੂੰ ਮਾਰਨ ਲਈ ਉਹਦੇ ਮੂੰਹ ਚੋਂ ਇੱਕ ਤੇਜ਼ ਤਲਵਾਰ ਨਿਕਲਦੀ ਏ ਤੇ ਉਹ ਲੋਹੇ ਦੇ ਸੋਟੇ ਨਾਲ ਉਹਦੇ ਉੱਤੇ ਹਕੂਮਤ ਕਰੇਗਾ। ਤੇ ਕਾਦਰ ਮੁਤਲਕ ਰੱਬ ਦੀ ਸਖਤ ਗੁੱਸੇ ਵਾਲੀ ਮੈਅ ਦੇ ਹੌਜ਼ ਵਿੱਚ ਅੰਗੂਰ ਨਿਚੋੜੇਗਾ। ਤੇ ਉਹਦੇ ਕੱਪੜਿਆਂ ਤੇ ਉਹਨਾਂ ਉੱਤੇ ਇਹ ਨਾਂ ਲਿਖਿਆ ਹੋਵੇਗਾ ਭਈ ਬਾਦਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਖੁਦਾਵੰਦ। ਦਰਸੀ ਆਵਾਜ਼ ਬਾਈਬਲ ਵਿੱਚੋਂ ਲੂਕਾ। 6ਵੇਂ ਮਹੀਨੇ ਵਿੱਚ ਜਬਰਾਈਲ ਫਰਿਸ਼ਤਾ ਰੱਬ ਵੱਲੋਂ ਗਲੀਲ ਦੇ ਇੱਕ ਸ਼ਹਿਰ ਵਿੱਚ, ਜਿਹਦਾ ਨਾਂ ਨਾਸਰਤ ਸੀ, ਇੱਕ ਕੰਵਾਰੀ ਦੇ ਕੋਲ ਘੱਲਿਆ ਗਿਆ, ਜਿਹਦੀ ਮੰਗਣੀ ਦਾਊਦ ਦੇ ਖਨਵਾਦੇ ਦੇ ਇੱਕ ਬੰਦੇ ਯੂਸਫ ਨਾਲ ਹੋਈ ਸੀ ਤੇ ਉਸ ਕੰਵਾਰੀ ਦਾ ਨਾਂ ਮਰੀਅਮ ਸੀ। ਤੇ ਫਰਿਸ਼ਤੇ ਨੇ ਉਹਦੇ ਕੋਲ ਅੰਦਰ ਆ ਕੇ ਆਖਿਆ, ਸਲਾਮ ਤੈਨੂੰ ਜਿਹਦੇ ਉੱਤੇ ਫਜ਼ਲ ਹੋਇਆ ਏ, ਖੁਦਾਵੰਦ ਤੇਰੇ ਨਾਲ ਏ। ਉਹ ਐਸ ਕਲਾਮ ਤੋਂ ਘਬਰਾ ਗਈ ਤੇ ਸੋਚਣ ਲੱਗ ਪਈ, ਇਹ ਕਿੰਜ ਦਾ ਸਲਾਮ ਏ। ਡਰ ਨਾ, ਕਿਉਂ ਜੇ ਖੁਦਾਵੰਦ ਵੱਲੋਂ ਤੇਰੇ ਉੱਤੇ ਫਜ਼ਲ ਹੋਇਆ ਏ। ਤੇ ਵੇਖ, ਤੂੰ ਹਾਮਲਾ ਹੋਵੇਂਗੀ ਤੇ ਤੇਰੇ ਪੁੱਤਰ ਹੋਵੇਗਾ, ਤੂੰ ਉਹਦਾ ਨਾਂ ਯਸੂ ਰੱਖੀ। ਉਹ ਬਜ਼ੁਰਗ ਹੋਵੇਗਾ ਤੇ ਰੱਬ ਤਾਲਾ ਦਾ ਪੁੱਤਰ ਰਖਵਾਏਗਾ ਤੇ ਖੁਦਾਵੰਦ ਰੱਬ ਉਹਦੇ ਪਿਓ ਦਾਊਦ ਦਾ ਤਖਤ ਉਹਨੂੰ ਦੇਵੇਗਾ ਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਤੀਕਰ ਬਾਦਸ਼ਾਹੀ ਕਰੇਗਾ ਤੇ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ। ਮਰੀਅਮ ਨੇ ਫਰਿਸ਼ਤੇ ਨੂੰ ਆਖਿਆ, ਭਈ ਇਹ ਕਿਵੇਂ ਹੋਵੇਗਾ ਜਦ ਕਿ ਮੈਂ ਕਿਸੇ ਮਰਦ ਨੂੰ ਨਹੀਂ ਜਾਣਦੀ। ਤੇ ਫਰਿਸ਼ਤੇ ਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਪਾਕ ਰੂਹ ਤੇਰੇ ਉੱਤੇ ਨਾਜ਼ਲ ਹੋਵੇਗਾ ਤੇ ਰੱਬ ਤਾਲਾ ਦੀ ਕੁਦਰਤ ਤੇਰੇ ਉੱਤੇ ਸਾਇਆ ਕਰੇਗੀ ਤੇ ਐਸ ਪਾਰੋਂ ਉਹ ਮੌਲੂਦ ਮੁਕੱਦਸ ਰੱਬ ਦਾ ਪੁੱਤਰ ਅਖਵਾਵੇਗਾ। ਤੇ ਵੇਖ, ਤੇਰੀ ਰਿਸ਼ਤਾਦਾਰ ਅਲਿਸ਼ਬਾ ਦੇ ਵੀ ਵਡੇਰ ਉਮਰੀ ਵਿੱਚ ਪੁੱਤਰ ਹੋਣ ਵਾਲਾ ਏ ਤੇ ਹੁਣ ਉਹਨੂੰ ਜਿਹੜੀ ਬਾਂਝ ਅਖਵਾਉਂਦੀ ਸੀ 6ਵਾਂ ਮਹੀਨਾ ਏ, ਕਿਉਂਕਿ ਜਿਹੜਾ ਕੌਲ ਰੱਬ ਵੱਲੋਂ ਏ ਉਹ ਬਿਲਕੁਲ ਬੇਤਾਸੀਰ ਨਾ ਹੋਵੇਗਾ। ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਰੱਬ ਸੀ। ਤੇ ਕਲਾਮ ਮੁਜੱਸਮ ਹੋਇਆ ਤੇ ਫਜ਼ਲ ਤੇ ਸੱਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਕਾਰ ਰਿਹਾ ਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਬਾਪ ਦੇ ਇਕਲੌਤੇ ਦਾ ਜਲਾਲ। ਯੋਹੰਨਾ। ਯਹੂਦੀਆਂ ਦੀ ਈਦੇ ਫਸਾ ਨੇੜੇ ਸੀ ਤੇ ਯਸੂ ਯਰੂਸ਼ਲਮ ਨੂੰ ਗਿਆ ਤੇ ਉਹਨੇ ਹੈਕਲ ਵਿੱਚ ਢੱਗੇ ਤੇ ਭੇਡਾਂ ਤੇ ਕਬੂਤਰ ਵੇਚਣ ਵਾਲਿਆਂ ਨੂੰ ਤੇ ਸਰਾਫਾਂ ਨੂੰ ਬੈਠੇ ਵੇਖਿਆ ਤੇ ਰੱਸੀਆਂ ਦਾ ਕੋੜਾ ਬਣਾ ਕੇ ਸਾਰਿਆਂ ਨੂੰ, ਯਾਨੀ ਭੇਡਾਂ ਤੇ ਢੱਗਿਆਂ ਨੂੰ, ਹੈਕਲ ਵਿੱਚੋਂ ਕੱਢ ਦਿੱਤਾ ਤੇ ਸਰਾਫਾਂ ਦੇ ਪੈਸੇ ਸੁੱਟ ਦਿੱਤੇ ਤੇ ਉਹਨਾਂ ਦੇ ਫੱਟੇ ਉਲਟਾ ਦਿੱਤੇ। ਤੇ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਹਨਾਂ ਨੂੰ ਇੱਥੋਂ ਲੈ ਜਾਓ, ਮੇਰੇ ਪਿਓ ਦੇ ਘਰ ਨੂੰ ਮੰਡੀ ਵਾਲਾ ਘਰ ਨਾ ਬਣਾਓ। ਜਦ ਉਹ ਯਰੂਸ਼ਲਮ ਵਿੱਚ ਫਸਾ ਦੇ ਵੇਲੇ ਈਦ ਵਿੱਚ ਸੀ ਤੇ ਬਹੁਤ ਸਾਰੇ ਲੋਕੀ ਉਹਨਾਂ ਮੌਜਿਜ਼ਾਂ ਨੂੰ ਵੇਖ ਕੇ ਜਿਹੜੇ ਉਹ ਵਿਖਾਉਂਦਾ ਸੀ ਉਹਦੇ ਨਾਂ ਉੱਤੇ ਈਮਾਨ ਲਿਆਏ। ਮਰਕਸ। ਤੇ ਜਦੋਂ ਉਹ ਸ਼ਾਗਿਰਦਾਂ ਦੇ ਕੋਲ ਆਏ ਤੇ ਵੇਖਿਆ ਭਈ ਉਹਨਾਂ ਦੇ ਚਾਰਾਂ ਪਾਸੇ ਇੱਕ ਵੱਡਾ ਜੱਥਾ ਏ, ਫਕੀ ਉਹਨਾਂ ਨਾਲ ਬਹਿਸ ਕਰ ਰਹੇ ਨੇ, ਤੇ ਉਸੇ ਵੇਲੇ ਸਾਰਾ ਜੱਥਾ ਉਹਨੂੰ ਵੇਖ ਕੇ ਹੈਰਾਨ ਹੋਇਆ ਤੇ ਉਹਦੇ ਵੱਲ ਨੱਸ ਕੇ ਉਹਨੂੰ ਸਲਾਮ ਕਰਨ ਲੱਗੇ। ਉਹਨੇ ਉਹਨਾਂ ਨੂੰ ਪੁੱਛਿਆ, ਤੁਸੀਂ ਉਹਨਾਂ ਨਾਲ ਕੀ ਬਹਿਸ ਕਰਦੇ ਹੋ?
ਤੇ ਜੱਥੇ ਵਿੱਚੋਂ ਇੱਕ ਨੇ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਮੈਂ ਆਪਣੇ ਪੁੱਤਰ ਨੂੰ ਜਿਹਦੇ ਵਿੱਚ ਗੂੰਗੀ ਰੂਹ ਏ ਤੇਰੇ ਕੋਲ ਲਿਆਇਆ ਸੀ। ਇਸ ਲਈ ਉਹ ਉਹਨੂੰ ਉਹਦੇ ਕੋਲ ਲਿਆਏ, ਤੇ ਜਦੋਂ ਉਹਨੇ ਉਹਨੂੰ ਵੇਖਿਆ ਤੇ ਉਸੇ ਵੇਲੇ ਰੂਹ ਨੇ ਉਹਨੂੰ ਮਰੋੜਿਆ ਤੇ ਉਹ ਭੁੰਜੇ ਡਿੱਗ ਗਿਆ ਤੇ ਕਫ ਭਰ ਕੇ ਤਿਲਟਣ ਲੱਗ ਗਿਆ। ਉਹਨੇ ਉਹਦੇ ਪਿਓ ਕੋਲੋਂ ਪੁੱਛਿਆ, ਇਹਨੂੰ ਕਿੰਨੇ ਚਿਰ ਤੋਂ ਏ? ਉਹਨੇ ਆਖਿਆ, ਬਚਪਨ ਤੋਂ। ਤੇ ਉਹਨੇ ਕਈ ਵਾਰੀ ਉਹਨੂੰ ਅੱਗ ਤੇ ਪਾਣੀ ਵਿੱਚ ਸੁੱਟਿਆ ਵੀ ਉਹਨੂੰ ਮਾਰ ਦੇਵੇ। ਪਰ ਜੇ ਤੂੰ ਕੁਝ ਕਰ ਸਕਦਾ ਏ ਤੇ ਸਾਡੇ ਉੱਤੇ ਤਰਸ ਖਾ ਕੇ ਸਾਡੀ ਮਦਦ ਕਰ। ਯਿਸੂ ਨੇ ਉਹਨੂੰ ਆਖਿਆ, ਕੀ ਜੇ ਤੂੰ ਕਰ ਸਕਦਾ ਏ? ਜਿਹੜਾ ਈਮਾਨ ਰੱਖਦਾ ਏ ਉਹਦੇ ਲਈ ਸਭ ਕੁਝ ਹੋ ਸਕਦਾ ਏ। ਉਸ ਮੁੰਡੇ ਦੇ ਪਿਓ ਨੇ ਉਸੇ ਵੇਲੇ ਉੱਚੀ ਆਵਾਜ਼ ਨਾਲ ਆਖਿਆ, ਮੈਂ ਈਮਾਨ ਰੱਖਦਾ ਵਾਂ, ਤੂੰ ਮੇਰੀ ਬੇਇਤਕਾਦੀ ਦਾ ਇਲਾਜ ਕਰ। ਜਦੋਂ ਯਿਸੂ ਨੇ ਵੇਖਿਆ ਵੀ ਲੋਕੀ ਦੌੜ ਕੇ ਇਕੱਠੇ ਹੋ ਰਹੇ ਨੇ, ਤੇ ਉਸ ਨਾਪਾਕ ਰੂਹ ਨੂੰ ਝਿੜਕ ਕੇ ਆਖਿਆ, ਭਈ ਐ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਦੇਣਾ ਵਾਂ, ਇਹਦੇ ਵਿੱਚੋਂ ਨਿਕਲ ਆ ਤੇ ਉਹਦੇ ਵਿੱਚ ਫੇਰ ਕਦੀ ਨਾ ਵੜੀ। ਉਹ ਚੀਕ ਕੇ ਤੇ ਉਹਨੂੰ ਮਰੋੜ ਕੇ ਨਿਕਲ ਆਈ ਤੇ ਉਹ ਮੁਰਦਾ ਜਿਹਾ ਹੋ ਗਿਆ। ਇਵੇਂ ਵੀ ਕਈ ਲੋਕਾਂ ਨੇ ਆਖਿਆ ਭਈ ਉਹ ਮਰ ਗਿਆ, ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਚੁੱਕਿਆ ਤੇ ਉਹ ਉੱਠ ਖਲੋਤਾ। ਲੂਕਾ। ਫੇਰ ਇੰਜ ਹੋਇਆ ਭਈ ਉਹ ਕਿਸੇ ਥਾਂ ਤੇ ਦੁਆ ਕਰ ਰਿਹਾ ਸੀ। ਜਦੋਂ ਕਰ ਲਈ ਤੇ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਰੱਬਾ, ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਉਹਨੇ ਉਹਨਾਂ ਨੂੰ ਆਖਿਆ, ਭਈ ਜਦੋਂ ਤੁਸੀਂ ਦੁਆ ਕਰੋ ਤੇ ਆਖੋ, ਭਈ ਐ ਸਾਡੇ ਬਾਪ, ਤੇਰਾ ਨਾਂ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਸਾਡੀ ਰੋਜ਼ ਦੀ ਰੋਟੀ ਹਰ ਰੋਜ਼ ਸਾਨੂੰ ਦੇ, ਤੇ ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੇ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ, ਭਈ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ, ਲੱਭੋਗੇ ਤੇ ਪਾਓਗੇ, ਬੂਹਾ ਖੜਕਾਓਗੇ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂ ਜੇ ਜਿਹੜਾ ਵੀ ਮੰਗਦਾ ਏ ਉਹਨੂੰ ਮਿਲਦਾ ਏ, ਤੇ ਜਿਹੜਾ ਲੱਭਦਾ ਏ ਉਹ ਪਾਉਂਦਾ ਏ, ਜਿਹੜਾ ਖੜਕਾਉਂਦਾ ਏ ਉਹਦੇ ਲਈ ਖੋਲ੍ਹਿਆ ਜਾਵੇਗਾ। ਯੂਹੰਨਾ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਮੈਂ ਅੰਗੂਰ ਦਾ ਰੁੱਖ ਵਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਏ ਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਏ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ, ਉਂਝ ਹੀ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ। ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਏ ਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਯੂਹੰਨਾ। ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਯਿਸੂ ਨੇ ਕੀਤੇ। ਜੇ ਉਹ ਵੱਖੋ-ਵੱਖ ਲਿਖੇ ਜਾਂਦੇ ਤੇ ਮੈਨੂੰ ਲੱਗਦਾ ਹੈ ਵੀ ਜਿਹੜੀਆਂ ਕਿਤਾਬਾਂ ਲਿਖੀਆਂ ਜਾਂਦੀਆਂ ਉਹਨਾਂ ਲਈ ਜੱਗ ਵਿੱਚ ਗੁੰਜਾਇਸ਼ ਨਾ ਹੁੰਦੀ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਜਦੋਂ ਰੱਬ ਅਜ਼ਲੀ ਫਹਿਮ ਜਿਹੜਾ ਸਾਰੀਆਂ ਗੱਲਾਂ ਸਮਝਦਾ ਏ, ਇਨਸਾਨ ਉੱਤੇ ਹੁਕੂਮਤ ਕਰਦਾ ਏ ਤੇ ਇਨਸਾਨ ਜਾਣਦਾ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ। ਇਸ ਜ਼ਿੰਦਾ ਸੱਚਾਈ ਨੂੰ ਜਾਣਨ ਦਾ ਇਕੱਲਾ ਰਸਤਾ ਜਿਹੜੀ ਬਿਮਾਰ ਨੂੰ ਸ਼ਿਫਾ ਦਿੰਦੀ ਇਲਾਹੀ ਸਿਆਣ ਦੀ ਸਾਇੰਸ ਵਿੱਚ ਪਾਇਆ ਜਾਂਦਾ ਏ, ਕਿਉਂ ਜੇ ਇਹ ਮਸੀਹ ਯਿਸੂ ਦੇ ਰਾਹੀਂ ਸਿਖਾਈ ਗਈ ਤੇ ਜ਼ਾਹਰ ਹੋਈ। ਇਨਸਾਨ ਦੇ ਬਣਾਏ ਹੋਏ ਅਕੀਦੇ ਜ਼ਵਾਲ ਪਜ਼ੀਰ ਨੇ। ਉਹ ਮੁਸੀਬਤ ਵਿੱਚ ਬਹੁਤੇ ਮਜ਼ਬੂਤ ਨਹੀਂ ਸੀ ਰਹੇ। ਮਸੀਹ ਦੀ ਤਾਕਤ ਤੋਂ ਖਾਲੀ ਉਹ ਮਸੀਹ ਜਾਂ ਫਜ਼ਲ ਦੇ ਮੌਜਜ਼ਿਆਂ ਬਾਰੇ ਅਕੀਦਿਆਂ ਨੂੰ ਕਿਵੇਂ ਬਿਆਨ ਕਰ ਸਕਦੇ ਨੇ। ਮਸੀਹੀ ਸ਼ਿਫਾ ਦੇ ਇਮਕਾਨ ਤੋਂ ਇਨਕਾਰ ਹਰ ਅਨਸਰ ਦੀ ਮਸੀਹਤ ਨੂੰ ਖੋਹ ਲੈਂਦਾ ਏ, ਜਿਨ੍ਹੇ ਪਹਿਲੀ ਸਦੀ ਵਿੱਚ ਇਹਨੂੰ ਇਲਾਹੀ ਕੂਵਤ ਤੇ ਇਹ ਹੈਰਾਨ ਕਰਨ ਵਾਲੀ ਤੇ ਬੇਮਿਸਾਲ ਕਾਮਯਾਬੀ ਬਖਸ਼ੀ ਸੀ। ਸੁੱਚਾ ਲੋਗੋਸ ਕਾਬਲੇ ਅਸਬਾਤ ਕ੍ਰਿਸਚਨ ਸਾਇੰਸ ਏ, ਹਮਾਹੰਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਹ ਪਾਉਂਦਾ ਏ। ਇਸ ਲਈ ਨਹੀਂ ਵੀ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਏ, ਤੇ ਨਾ ਹੀ ਇਸ ਲਈ ਵੀ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਏ, ਬਲਕਿ ਇਸ ਲਈ ਵੀ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਏ। ਯਿਸੂ ਨੇ ਆਖਿਆ, ਮੈਨੂੰ ਤੇ ਪਤਾ ਸੀ ਭਈ ਤੂੰ ਹਮੇਸ਼ਾ ਮੇਰੀ ਸੁਣਦਾ ਏ। ਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਿਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ
ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੁਆਵਜ਼ੇ ਤੋਂ ਬਹੁਤੀ ਪੁਰਸਰਾਰ ਲੱਗਦੀ ਏ। ਇਹ ਮੁਆਵਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਬਸ ਰੂਹਾਨੀ ਇਰਤਕਾ ਹੀ ਇਲਾਹੀ ਕੁਵਤ ਦੀ ਮਸ਼ਕ ਕਰਨ ਦੇ ਕਾਬਲ ਏ। ਇਸਰਾਈਲ ਦੇ ਮਕਦਸ ਨੂੰ ਮਹਿਦੂਦ ਕਰਦਿਆਂ ਹੋਏ ਤੇ ਇਹ ਪੁੱਛਦਿਆਂ ਹੋਏ ਯਹੂਦੀਆਂ ਦੇ ਜੁਰਮ ਨੂੰ ਦੁਹਰਾਉਣਾ ਅੱਜ ਬਹੁਤ ਖਤਰਨਾਕ ਏ। ਭਈ ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਏ? ਰੱਬ ਕੀ ਨਹੀਂ ਕਰ ਸਕਦਾ? ਇਹ ਆਖਿਆ ਗਿਆ ਏ ਤੇ ਇਹ ਸੱਚ ਵੀ ਏ ਭਈ ਮਸੀਹਤ ਸਾਇੰਸ ਹੋਣੀ ਚਾਹੀਦੀ ਏ ਤੇ ਸਾਇੰਸ ਮਸੀਹਤ ਹੋਣੀ ਚਾਹੀਦੀ ਏ, ਵਰਨਾ ਜਾਂ ਇਹਦੇ ਉਲਟ ਦੂਜਾ ਕੋਈ ਵੀ ਝੂਠ ਤੇ ਬੇਕਾਰ ਹੀ ਏ। ਪਰ ਕੋਈ ਵੀ ਗੈਰ ਜ਼ਰੂਰੀ ਜਾਂ ਗੈਰ ਹਕੀਕੀ ਨਹੀਂ ਏ, ਉਹ ਇਜ਼ਹਾਰ ਵਿੱਚ ਇੱਕੋ ਜਿਹੇ ਹੀ ਨੇ। ਇਹ ਦੂਜੇ ਦੇ ਨਾਲ ਮੁਤਾਬਕਤ ਰੱਖਦਾ ਸਾਬਤ ਹੁੰਦਾ ਏ। ਮਸੀਹਤ ਜਿਵੇਂ ਯਿਸੂ ਨੇ ਇਹਦੀ ਤਾਲੀਮ ਦਿੱਤੀ ਸੀ, ਕੋਈ ਭੇਤ ਜਾਂ ਤਕਰੀਬਾਂ ਦਾ ਇੱਕ ਨਿਜ਼ਾਮ ਨਹੀਂ ਤੇ ਨਾ ਹੀ ਇੱਕ ਰਸਮੀ ਯਹੋਵਾ ਵੱਲੋਂ ਕੋਈ ਤੋਹਫਾ ਏ, ਬਲਕਿ ਇਹ ਗਲਤੀ ਨੂੰ ਮੁਕਾਉਣ ਤੇ ਬਿਮਾਰ ਨੂੰ ਸ਼ਿਫਾ ਦੇਣ ਲਈ ਪਿਆਰ ਦਾ ਇਜ਼ਹਾਰ ਸੀ। ਸਿਰਫ ਮਸੀਹ ਜਾਂ ਸੱਚਾਈ ਦੇ ਨਾਂ ਨਾਲ ਨਹੀਂ, ਬਲਕਿ ਸੱਚਾਈ ਦੇ ਇਜ਼ਹਾਰ ਵਿੱਚ, ਜਿਵੇਂ ਦਾ ਮਾਮਲਾ ਇਲਾਹੀ ਲੋਅ ਦੇ ਸਿਲਸਿਲੇ ਦਾ ਹੋਇਆ ਹੋਵੇਗਾ। ਇਹ ਸਾਇੰਸ ਏ, ਨਾ ਸੱਚਾਈ ਏ ਜਿਹੜੀ ਅੰਨੇ ਭਰੋਸੇ ਦੇ ਰਾਹੀਂ ਕੰਮ ਕਰਦੀ ਏ, ਨਾ ਹੀ ਇਹ ਇਲਾਹੀ ਸ਼ਿਫਾ ਦੇ ਅਸੂਲ ਦੀ ਇਨਸਾਨੀ ਸਮਝ ਏ ਜਿਵੇਂ ਯਿਸੂ ਵਿੱਚ ਜ਼ਾਹਰ ਹੋਇਆ ਸੀ, ਜਿਹਦੀਆਂ ਆਜਜ਼ੀ ਵਾਲੀਆਂ ਦੁਆਵਾਂ ਡੂੰਘੀਆਂ ਤੇ ਸੱਚਾਈ ਦੇ, ਇਨਸਾਨ ਉੱਤੇ ਰੱਬ ਦੀ ਸ਼ਬੀਹ ਦੇ ਤੇ ਇਨਸਾਨ ਦੀ ਸੱਚਾਈ ਤੇ ਪਿਆਰ ਦੇ ਨਾਲ ਇਕੱਠ ਤੇ ਬਾਜ਼ਮੀਰ ਇਹਤਜਾਜ ਸੀ। ਇੱਕ ਰਵਾਇਤ ਏ ਭਈ ਪੈਬਲੀਅਸ ਲੈਂਟੋਲਸ ਨੇ ਰੋਮ ਦੇ ਹਾਕਮਾਂ ਨੂੰ ਲਿਖਿਆ, ਯਿਸੂ ਦੇ ਚੇਲੇ ਉਹਨੂੰ ਰੱਬ ਦਾ ਪੁੱਤਰ ਮੰਨਦੇ ਨੇ। ਕ੍ਰਿਸਚਨ ਸਾਇੰਸ ਵਿੱਚ ਹਦਾਇਤ ਪਾਉਣ ਵਾਲੇ ਐਸ ਜਲਾਲੀ ਖਿਆਲ ਤਿਕਰ ਅਪੜੇ ਭਈ ਰੱਬ ਹੀ ਇਨਸਾਨ ਦਾ ਕੱਲਾ ਲਖਾਰੀ ਏ। ਕੰਵਾਰੀ ਮਾਂ ਨੇ ਰੱਬ ਦੇ ਐਸ ਖਿਆਲ ਦਾ ਹਮਲ ਲਿਆ ਤੇ ਆਪਣੇ ਨਜ਼ਰੀਏ ਨੂੰ ਯਿਸੂ ਦਾ ਨਾਂ ਦਿੱਤਾ, ਯਾਨੀ ਯਸ਼ਵਾ ਜਾਂ ਮੁਕਤੀ ਦਾਤਾ। ਮਰੀਅਮ ਦੇ ਰੂਹਾਨੀ ਫਹਿਮ ਦੀ ਰੋਸ਼ਨ ਖਿਆਲੀ ਨੇ ਮਾਦੀ ਕਾਨੂੰਨ ਤੇ ਇਹਦੀ ਨਸਲੀ ਤਰਤੀਬ ਨੂੰ ਚੁੱਪ ਕਰਾ ਦਿੱਤਾ ਤੇ ਰੱਬ ਨੂੰ ਇਬਨ ਆਦਮ ਦੇ ਤੌਰ ਤੇ ਜ਼ਾਹਰ ਕਰਦਿਆਂ ਹੋਏ ਉਹਦੇ ਬਾਲ ਨੂੰ ਸੱਚਾਈ ਦੇ ਮੁਕਾਸ਼ਫੇ ਦੇ ਰਾਹੀਂ ਪਰਵਰਿਸ਼ ਦਿੱਤੀ। ਪਾਕ ਰੂਹ ਜਾਂ ਇਲਾਹੀ ਰੂਹ ਨੇ ਕੰਵਾਰੀ ਮਾਂ ਦੇ ਪਾਕ ਫਹਿਮ ਉੱਤੇ ਇਸ ਸਮਝ ਦੇ ਨਾਲ ਪਰਛਾਵਾਂ ਕੀਤਾ ਭਈ ਹਸਤੀ ਰੂਹ ਏ। ਮਸੀਹ ਨੇ ਹਮੇਸ਼ਾ ਉਸ ਰੱਬ ਦੀ ਝੋਲੀ ਵਿੱਚ ਇੱਕ ਖਿਆਲ ਨੂੰ ਵਸਾਇਆ ਜਿਹੜਾ ਯਿਸੂ ਇਨਸਾਨ ਦਾ ਇਲਾਹੀ ਅਸੂਲ ਏ, ਤੇ ਬੁੱਢੀ ਨੇ ਇਸ ਰੂਹਾਨੀ ਖਿਆਲ ਦਾ ਹਮਲ ਲਿਆ, ਭਾਵੇਂ ਜਿਹੜਾ ਸ਼ੁਰੂ ਵਿੱਚ ਬਹੁਤ ਥੋੜਾ ਜਿਹਾ ਵਧਿਆ ਸੀ। ਇਨਸਾਨ ਰੱਬ ਦੇ ਪੁੱਤਰ ਦੇ ਤੌਰ ਤੇ ਰੂਹ ਦੇ ਖਿਆਲ ਦੇ ਤੌਰ ਤੇ ਲਾਫਾਨੀ ਗਵਾਹੀ ਏ ਭਈ ਰੂਹ ਹਮਾਹੰਗ ਤੇ ਬੰਦਾ ਹਮੇਸ਼ਾ ਦਾ ਏ। ਯਿਸੂ ਮਰੀਅਮ ਦੀ ਖੁਦ ਅਗਾਹੀ ਦਾ ਪੁੱਤਰ ਸੀ ਜਿਹੜੀ ਰੱਬ ਦੇ ਨਾਲ ਸ਼ਰੀਕ ਸੀ। ਇਸ ਲਈ ਉਹ ਕਿਸੇ ਦੂਜੇ ਬੰਦੇ ਦੀ ਨਿਸਬਤ ਹਯਾਤੀ ਦੇ ਬਾਰੇ ਬਹੁਤਾ ਰੂਹਾਨੀ ਖਿਆਲ ਪੇਸ਼ ਕਰ ਸਕਦਾ ਏ ਤੇ ਪਿਆਰ ਆਪਣੇ ਪਿਓ ਜਾਂ ਇਲਾਹੀ ਅਸੂਲ ਦੀ ਸਾਇੰਸ ਨੂੰ ਜ਼ਾਹਰ ਕਰ ਸਕਦਾ ਏ। ਯਿਸੂ ਕੋਈ ਦਰਵੇਸ਼ ਨਹੀਂ ਸੀ। ਉਹਨੇ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਵਾਂਗਰ ਰੋਜ਼ਾ ਨਹੀਂ ਰੱਖਿਆ। ਫਿਰ ਵੀ ਇੱਥੇ ਨਾਸਰੀ ਵਾਂਗਰ ਭੁੱਖ ਤੇ ਜਜ਼ਬਿਆਂ ਤੋਂ ਬਗੈਰ ਇਨਸਾਨ ਕਦੀ ਨਹੀਂ ਸੀ ਰਹਿੰਦਾ। ਉਹਨੇ ਖੁੱਲ੍ਹੇ ਤੌਰ ਤੇ ਕਿਸੇ ਹਿਚਕਚਾਹਟ ਤੋਂ ਬਗੈਰ ਪਾਪੀਆਂ ਨੂੰ ਮੁਲਾਮਤ ਕੀਤਾ, ਕਿਉਂ ਜੇ ਉਹ ਉਹਨਾਂ ਦਾ ਯਾਰ ਸੀ, ਇਸ ਲਈ ਉਹਨੇ ਉਹ ਪਿਆਲਾ ਪੀਤਾ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ ਤੇ ਫਤਹ ਪਾ ਲਈਏ ਤੇ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਅਸੀਂ ਆਪ ਇਹਦਾ ਇੰਤਖਾਬ ਨਹੀਂ ਕਰ ਸਕਦੇ, ਪਰ ਸਾਡੀ ਮੁਕਤੀ ਲਈ ਸਾਨੂੰ ਉਦਾਂ ਦੇ ਕੰਮ ਹੀ ਕਰਨੇ ਚਾਹੀਦੇ ਨੇ ਜਿੱਦਾਂ ਯਿਸੂ ਨੇ ਸਾਨੂੰ ਸਿਖਾਇਆ ਏ। ਕਲੀਸਿਆ ਦੇ ਅੰਦਰ ਜਾਂ ਬਾਹਰ ਜੋ ਕੁਝ ਵੀ ਚੰਗਾ ਏ ਉਹਨੂੰ ਇੱਜ਼ਤ ਦਿੰਦਿਆਂ ਹੋਏ ਕਿਸੇ ਬੰਦੇ ਦੀ ਮਸੀਹ ਵਿੱਚ ਤਕਦੀਸ ਪੇਸ਼ੇ ਦੀ ਨਿਸਬਤ ਇਜ਼ਹਾਰ ਉੱਤੇ ਬਹੁਤੀ ਨਿਉ ਰੱਖਦੀ ਏ। ਸ਼ਾਉਰ ਵਿੱਚ ਅਸੀਂ ਮੁੰਤਸ਼ਿਰ ਹੋਣ ਵਾਲੇ ਅਕੀਦਿਆਂ ਨੂੰ ਰੋਕ ਨਹੀਂ ਸਕਦੇ ਤੇ ਲਾਜ਼ਵਾਲ ਮਸੀਹ ਦੇ ਇਲਾਹੀ ਅਸੂਲ ਨੂੰ ਹੋਰ ਸਮਝਦਿਆਂ ਹੋਏ ਸਾਨੂੰ ਬਿਮਾਰ ਨੂੰ ਸ਼ਿਫਾ ਦੇਣ ਤੇ ਮੌਤ ਉੱਤੇ ਫਤਹਯਾਬ ਹੋਣ ਦੇ ਕਾਬਲ ਬਣਾਇਆ ਗਿਆ ਏ। ਐ ਮਸੀਹੀ ਸ਼ਹੀਦ, ਯਾਦ ਰੱਖ ਭਈ ਇੰਨਾ ਹੀ ਬਹੁਤ ਏ ਜੇ ਤੂੰ ਆਪਣੇ ਆਪ ਨੂੰ ਆਪਣੇ ਮਾਲਕ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਕਾਬਲ ਵੀ ਨਾ ਸਮਝੇ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਭਈ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ ਏ। ਇਹ ਗੱਲ ਅਫਸੋਸਨਾਕ ਏ ਭਈ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ ਤੇ
ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨੀਆਂ ਦੇ ਨਾਲ ਆਇਆ ਹੈ। ਹਮਾਹੰਗ ਤੇ ਹਮੇਸ਼ਾ ਦੀ ਹਸਤੀ ਦੇ ਦਾਅਵਿਆਂ ਦੀ ਜ਼ਮਾਨਤ ਬਸ ਕ੍ਰਿਸਚਨ ਸਾਇੰਸ ਵਿੱਚ ਮਿਲਦੀ ਏ। ਕਲਾਮ ਸਾਨੂੰ ਇਹ ਮਾਲੂਮਾਤ ਦਿੰਦਾ ਏ ਕਿ ਰੱਬ ਤੋਂ ਸਭ ਕੁਝ ਹੋ ਸਕਦਾ ਏ। ਰੂਹ ਲਈ ਸਾਰੀ ਚੰਗਿਆਈ ਮੁਮਕਿਨ ਏ। ਸਾਡੇ ਦੌਰ ਵਿੱਚ ਮਸੀਹਤ ਦੁਆਰਾ ਇਲਾਹੀ ਅਸੂਲ ਦੀ ਤਾਕਤ ਨੂੰ ਜ਼ਾਹਰ ਕਰਦੀ ਏ, ਜਿਵੇਂ ਉਹਨੇ ਬਿਮਾਰ ਨੂੰ ਸ਼ਿਫਾ ਦਿੰਦਿਆਂ ਹੋਏ ਤੇ ਮੌਤ ਉੱਤੇ ਫਤਹਿਮੰਦ ਹੁੰਦਿਆਂ ਹੋਏ 1900 ਵਰ੍ਹੇ ਪਹਿਲਾਂ ਕੀਤਾ ਸੀ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦੋਂ ਹੀ ਹੁੰਦਾ ਏ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ, ਭਈ ਅਸੀਂ ਗਲਤੀ ਦੇ ਕਫਨ ਦਫਨ ਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ। ਸਾਇੰਸ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਲਈ ਨਾ ਕੋਈ ਥਾਂ ਏ ਤੇ ਨਾ ਕੋਈ ਮੌਕਾ ਏ। ਹਰ ਦਿਨ ਸਾਥੋਂ ਮਸੀਹੀ ਕੂਵਤ ਦੇ ਪੇਸ਼ਿਆਂ ਦੀ ਬਜਾਏ ਆਲਾ ਸਬੂਤਾਂ ਦੀ ਮੰਗ ਕਰਦਾ ਏ। ਇਹ ਸਬੂਤ ਪੂਰੇ ਤੌਰ ਤੇ ਰੂਹ ਦੀ ਤਾਕਤ ਨਾਲ ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਬਣੇ ਨੇ, ਜਿਵੇਂ ਮਸੀਹ ਨੇ ਉਹਨਾਂ ਨੂੰ ਤਬਾਹ ਕੀਤਾ ਸੀ। ਸਾਡੇ ਮਾਲਕ ਦੀ ਜ਼ਮੀਨੀ ਹਯਾਤੀ ਵਿੱਚ ਰੂਹਾਨੀ ਖਿਆਲ ਦੇ ਰੂਪ ਦੀ ਇੱਕ ਮੁਖਤਸਰ ਜਿਹੀ ਤਾਰੀਖ ਸੀ, ਪਰ ਉਹਦੀ ਬਾਦਸ਼ਾਹੀ ਦਾ ਅਖੀਰ ਨਾ ਹੋਵੇਗਾ, ਕਿਉਂ ਜੇ ਮਸੀਹ ਰੱਬ ਦਾ ਖਿਆਲ ਸਾਰੀਆਂ ਕੌਮਾਂ ਤੇ ਉਮਤਾਂ ਤੇ ਇਲਾਹੀ ਸਾਇੰਸ ਦੇ ਨਾਲ ਆਮਰਾਨਾ ਤੌਰ ਤੇ ਪੂਰੇ ਤੌਰ ਤੇ ਫੈਸਲਾਕੁਨ ਅੰਦਾਜ਼ ਵਿੱਚ ਹਕੂਮਤ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।